ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਿਰਸਾ ਨਦੀ ਤੇ ਵਿਛੋੜਾ ਪੈ ਗਿਆ। ਉਸ ਵੇਲੇ ਦਾ ਸੁਣ ਲਓ ਹਾਲ ਜੀ। ਇਹ ਅਲੌਕਿਕ ਨਜ਼ਾਰਾ ਸਿਰਸਾ ਨਦੀ ਦਾ ਹੀ ਹੈ। ਇਸ ਵੇਲੇ ਅਸੀਂ ਸਿਰਸਾ ਨਦੀ ਦੇ ਵਿੱਚ ਮੌਜੂਦ ਹਾਂ। ਜਦੋਂ 6-7 ਪੋਹ ਦੀ ਰਾਤ ਨੂੰ ਸਤਿਗੁਰੂ ਅਨੰਦਪੁਰ ਸਾਹਿਬ ਛੱਡਦੇ ਆ, ਸਰਸੇ ਦੇ ਕਿਨਾਰੇ ਤੇ ਆਸਾ ਕੀ ਵਾਰ ਦਾ ਕੀਰਤਨ ਨਿਤਨੇਮ ਹੁੰਦਾ ਤੇ ਸਤਿਗੁਰੂ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ। ਉਹਦੇ ਚੋਂ ਤੀਜਾ ਹਿੱਸਾ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਸਰਸੇ ਦੇ ਕਿਨਾਰੇ ਕਿਨਾਰੇ ਆਉਂਦਿਆਂ ਬਾਬਾ ਕੁੰਮਾ ਮਾਸ਼ਕੀ ਜੀ ਦੀ ਛੰਨ ਤੱਕ ਪਹੁੰਚਦੇ ਆ। ਤੇ ਅੱਜ ਉਸੇ ਦੇ ਸੰਬੰਧ ਵਿੱਚ ਜਿਹੜੇ ਰਾਹਾਂ ਤੇ ਮਾਂ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਆਏ, ਉਹਨਾਂ ਰਾਹਾਂ ਤੇ ਆਪਾਂ ਚੱਲਦੇ ਆਂ। ਅੱਜ ਪਹੁੰਚੇ ਆਂ, ਬਿਲਕੁਲ ਉਹੀ ਸੇਮ ਰਾਹ ਹੈ, ਸੇਮ ਉਸੇ ਕੁੰਮੇ ਮਾਸ਼ਕੀ ਦੀ ਛੰਨ ਤੱਕ ਜਾਣਾ ਹੈ। ਜਦੋਂ ਸਰਸੇ ਦੇ ਕਿਨਾਰੇ ਤੇ ਸੰਗਤ ਪਹੁੰਚਦੀ ਆ, ਸਾਰੀ ਸੰਗਤ ਬੜੇ ਵਿਰਾਗ ਵਿੱਚ ਇਸ ਗੁਰੂ ਮਾਰੀ ਜਿਹੜੀ ਸਰਸਾ ਇਹਨੂੰ ਪਾਰ ਕਰਦੀ ਆ, ਕਿਉਂਕਿ ਗੁਰੂ ਦਾ ਪਰਿਵਾਰ ਵਿਛੜ ਗਿਆ। ਤੇ ਸਾਧ ਸੰਗਤ ਅੱਜ ਉਸੇ ਵਿਰਾਗ ਨੂੰ ਆਪਾਂ ਵੇਖਦੇ ਹਾਂ। ਲੱਖਾਂ ਦੀ ਗਿਣਤੀ 'ਚ ਸੰਗਤ ਜਿਹੜੀ ਆ ਉਹ ਅੱਜ ਸਰਸਾ ਪਾਰ ਕਰਕੇ ਇੱਥੇ ਆ ਰਹੀ ਆ। ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਿਰਸਾ ਨਦੀ ਤੇ ਵਿਛੋੜਾ ਪੈ ਗਿਆ। ਇਹ ਅਲੌਕਿਕ ਨਜ਼ਾਰਾ ਸਿਰਸਾ ਨਦੀ ਦਾ ਹੀ ਹੈ। ਇਸ ਵੇਲੇ ਅਸੀਂ ਸਿਰਸਾ ਨਦੀ ਦੇ ਵਿੱਚ ਮੌਜੂਦ ਹਾਂ। 7 ਪੋਹ ਦੀ ਉਹ ਸਵੇਰ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਜਾਂਦਾ ਹੈ, ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਅਲੱਗ ਹੋ ਜਾਂਦੇ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਅਲੱਗ ਹੋ ਜਾਂਦੇ ਨੇ। ਅੱਜ ਅਸੀਂ ਸਿਰਸਾ ਨਦੀ ਦੇ ਵਿੱਚ ਮੌਜੂਦ ਹਾਂ ਔਰ ਇਹ ਅਲੌਕਿਕ ਨਜ਼ਾਰਾ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸੇ ਨਦੀ ਦੇ ਵਿੱਚੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਕਿਸ ਤਰੀਕੇ ਦੇ ਨਾਲ ਇੱਥੇ ਸੰਗਤਾਂ ਉਸੇ ਦਿਨ ਨੂੰ ਮਹਿਸੂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਨਗਰ ਕੀਰਤਨ ਇੱਥੇ ਕੱਢ ਕੇ ਉਸ ਦਿਨ ਨੂੰ ਮਹਿਸੂਸ ਕੀਤਾ ਜਾ ਰਿਹਾ ਜਦੋਂ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ, ਜਦੋਂ ਪਰਿਵਾਰ ਵਿਛੋੜਾ ਹੋ ਜਾਂਦਾ ਹੈ, ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅਲੱਗ ਹੋ ਜਾਂਦੇ ਨੇ, ਮਾਤਾ ਗੁਜਰ ਕੌਰ ਜੀ ਛੋਟੇ ਛੋਟੇ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਵੱਖ ਹੋ ਜਾਂਦੇ ਨੇ ਔਰ ਕਿਵੇਂ ਉਹ ਇਸ ਸਿਰਸਾ ਨਦੀ ਨੂੰ ਪਾਰ ਕਰਦੇ ਨੇ। ਉਸ ਦਿਨ ਸਿਰਸਾ ਨਦੀ ਵੀ ਪੂਰੀ ਚੜ੍ਹੀ ਹੋਈ ਸੀ, ਮੀਂਹ ਪੈ ਰਿਹਾ ਸੀ ਔਰ ਮਾਤਾ ਗੁਜਰ ਕੌਰ ਜੀ ਛੋਟੇ ਛੋਟੇ ਉਹ ਮਾਸੂਮ ਬੱਚਿਆਂ ਦੇ ਨਾਲ ਉਹਨਾਂ ਬੱਚਿਆਂ ਨੂੰ ਲੈ ਕੇ ਸਿਰਸਾ ਨਦੀ ਪਾਰ ਕਰਦੇ ਨੇ। ਦੱਸਿਆ ਜਾਂਦਾ ਕਿ ਜਿੱਥੇ ਪਰਿਵਾਰ ਵਿਛੋੜਾ ਗੁਰੂ ਘਰ ਹੈ, ਉਸ ਦੇ ਨਾਲ ਹੀ ਨਦੀ ਦਾ ਉਦੋਂ ਬਹਾਅ ਹੁੰਦਾ ਸੀ। ਹਾਲਾਂਕਿ ਇਹ ਨਦੀ ਆਪਣਾ ਰੁਖ ਬਦਲਦੀ ਰਹਿੰਦੀ ਹੈ। ਹੁਣ ਇਹ ਗੁਰਦੁਆਰਾ ਸਾਹਿਬ ਤੋਂ ਕਾਫੀ ਅੱਗੇ ਆ ਚੁੱਕੀ ਹੈ ਔਰ ਗੁਰੂ ਸਾਹਿਬ ਦਾ ਜਦੋਂ ਪਰਿਵਾਰ ਵਿਛੜਦਾ ਹੈ ਤਾਂ ਮਾਤਾ ਗੁਜਰ ਕੌਰ ਜੀ ਉਸ ਰਾਤ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ ਰਹਿੰਦੇ ਨੇ। ਹਾਲਾਂਕਿ ਉਹ ਹੁਣ ਕੁੰਮਾ ਮਾਸ਼ਕੀ ਦੀ ਛੰਨ ਜਿਹੜੀ ਹੈ, ਕਿਉਂਕਿ ਸਤਲੁਜ ਨੇ ਰੁਖ ਬਦਲਿਆ, ਸਤਲੁਜ ਇੱਧਰਲੇ ਪਾਸੇ ਆ ਗਈ ਔਰ ਕੁੰਮਾ ਮਾਸ਼ਕੀ ਦੀ ਛੰਨ ਜਿਹੜੀ ਹੈ ਉਹ ਉਸ ਪਾਰ ਚਲੀ ਗਈ ਹੈ। ਪਰ ਮਾਤਾ ਗੁਜਰ ਕੌਰ ਜੀ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ ਰਾਤ ਬਿਤਾਉਂਦੇ ਨੇ ਔਰ ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਦੇ ਵੱਲੋਂ ਸਿਰਸਾ ਨਦੀ ਪਾਰ ਕੀਤੀ ਜਾਂਦੀ ਹੈ ਔਰ ਇਹ ਨਗਰ ਕੀਰਤਨ ਹੁਣ ਕੁੰਮਾ ਮਾਸ਼ਕੀ ਦੀ ਛੰਨ ਤੱਕ ਕੱਢਿਆ ਗਿਆ ਹੈ। ਪਰਿਵਾਰ ਵਿਛੋੜੇ ਤੋਂ ਸ਼ੁਰੂ ਹੁੰਦਾ ਔਰ ਕੁੰਮਾ ਮਾਸ਼ਕੀ ਦੀ ਛੰਨ ਤੱਕ ਇਹ ਨਗਰ ਕੀਰਤਨ ਜਾਂਦਾ ਹੈ। ਜਿਸ ਤਰੀਕੇ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਦੇ ਨਾਲ ਸਿਰਸਾ ਨਦੀ ਨੂੰ ਪਾਰ ਕੀਤਾ ਸੀ, ਉਸੇ ਤਰੀਕੇ ਦੇ ਨਾਲ ਸੰਗਤਾਂ ਆਸ-ਪਾਸ ਦੇ ਇਲਾਕੇ ਦੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ ਔਰ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਕੱਢਿਆ ਜਾ ਰਿਹਾ ਔਰ ਉਸ ਚੀਜ਼ ਨੂੰ ਮਹਿਸੂਸ ਕੀਤਾ ਜਾ ਰਿਹਾ ਕਿ ਕਿਵੇਂ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਨਾਲ ਕਿਵੇਂ ਉਸ ਦਿਨ ਨੂੰ, ਉਸ ਵਕਤ ਨੂੰ ਹੰਢਾਇਆ ਹੋਊਗਾ ਜਦੋਂ ਸਿਰਸਾ ਪੂਰੀ ਚੜ੍ਹੀ ਹੋਈ ਸੀ, ਮੀਂਹ ਪੈ ਰਿਹਾ ਸੀ ਔਰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਨਾਲ ਕਿਵੇਂ ਸਿਰਸਾ ਦੀ ਨਦੀ ਪਾਰ ਕਰਦੇ ਨੇ। ਸਾਡੇ ਨਾਲ ਭਾਈ ਸਾਹਿਬ ਹੁਣੀ ਮੌਜੂਦ ਨੇ, ਗੱਲਬਾਤ ਕਰਦੇ ਆ। ਭਾਈ ਸਾਹਿਬ, 7 ਪੋਹ ਦੀ ਉਸ ਸਵੇਰ ਜਦੋਂ ਪਰਿਵਾਰ ਦਾ ਵਿਛੋੜਾ ਹੋ ਜਾਂਦਾ ਹੈ, ਆਨੰਦਗੜ੍ਹ ਦਾ ਕਿਲ੍ਹਾ ਛੱਡਦੇ ਨੇ ਔਰ ਅੱਜ ਇਹ ਜੋ ਇੱਥੇ ਤਸਵੀਰ ਵੇਖਣ ਨੂੰ ਮਿਲ ਰਹੀ ਹੈ, ਸੰਗਤਾਂ ਉਸ ਚੀਜ਼ ਨੂੰ ਆਪ ਹੰਢਾ ਰਹੀਆਂ ਨੇ ਕਿ ਕਿਵੇਂ ਉਸ ਠੰਡ ਦੇ ਵਿੱਚ, ਉਸ ਪੋਹ ਦੇ ਮਹੀਨੇ ਦੇ ਵਿੱਚ ਮਾਤਾ ਗੁਜਰ ਕੌਰ ਜੀ ਨੇ, ਛੋਟੇ ਸਾਹਿਬਜ਼ਾਦਿਆਂ ਨੇ ਇਸ ਸਿਰਸਾ ਨਦੀ ਨੂੰ ਪਾਰ ਕੀਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸੀਨ ਅੱਜ ਤੁਸੀਂ ਵੇਖ ਰਹੇ ਹੋ, ਜਦੋਂ 6-7 ਪੋਹ ਦੀ ਰਾਤ ਨੂੰ ਸਤਿਗੁਰੂ ਅਨੰਦਪੁਰ ਸਾਹਿਬ ਛੱਡਦੇ ਆ, ਸਰਸੇ ਦੇ ਕਿਨਾਰੇ ਤੇ ਆਸਾ ਕੀ ਵਾਰ ਦਾ ਕੀਰਤਨ ਨਿਤਨੇਮ ਹੁੰਦਾ
ਤੇ ਸਤਿਗੁਰੂ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ। ਉਹਦੇ ਚੋਂ ਤੀਜਾ ਹਿੱਸਾ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਸਰਸੇ ਦੇ ਕਿਨਾਰੇ ਕਿਨਾਰੇ ਆਉਂਦਿਆਂ ਬਾਬਾ ਕੁੰਮਾ ਮਾਸ਼ਕੀ ਜੀ ਦੀ ਛੰਨ ਤੱਕ ਪਹੁੰਚਦੇ ਆ। ਤੇ ਅੱਜ ਉਸੇ ਦੇ ਸੰਬੰਧ ਵਿੱਚ ਜਿਹੜੇ ਰਾਹਾਂ ਤੇ ਮਾਂ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਆਏ, ਉਹਨਾਂ ਰਾਹਾਂ ਤੇ ਆਪਾਂ ਚੱਲਦੇ ਹਾਂ, ਅੱਜ ਪਹੁੰਚੇ ਹਾਂ। ਬਿਲਕੁਲ ਉਹੀ ਸੇਮ ਰਾਹ ਹੈ, ਸੇਮ ਉਸੇ ਕੁੰਮੇ ਮਾਸ਼ਕੀ ਦੀ ਛੰਨ ਤੱਕ ਜਾਣਾ ਹੈ। ਹਰ ਸਾਲ ਆਪਾਂ ਯਾਦ ਕਰਦੇ ਹਾਂ ਜਦੋਂ ਸਰਸੇ ਦੇ ਕਿਨਾਰੇ ਤੇ ਸੰਗਤ ਪਹੁੰਚਦੀ ਆ, ਸਾਰੀ ਸੰਗਤ ਬੜੇ ਵਿਰਾਗ ਵਿੱਚ ਇਸ ਗੁਰੂ ਮਾਰੀ ਜਿਹੜੀ ਸਰਸਾ ਇਹਨੂੰ ਪਾਰ ਕਰਦੀ ਆ, ਕਿਉਂਕਿ ਗੁਰੂ ਦਾ ਪਰਿਵਾਰ ਵਿਛੜ ਗਿਆ। ਤੇ ਸਾਧ ਸੰਗਤ ਅੱਜ ਉਸੇ ਵਿਰਾਗ ਨੂੰ ਆਪਾਂ ਵੇਖਦੇ ਹਾਂ। ਲੱਖਾਂ ਦੀ ਗਿਣਤੀ 'ਚ ਸੰਗਤ ਜਿਹੜੀ ਆ ਉਹ ਅੱਜ ਸਰਸਾ ਪਾਰ ਕਰਕੇ ਇੱਥੇ ਆ ਰਹੀ ਆ। ਤੇ ਲਗਭਗ 7 ਸਾਲ ਹੋ ਗਏ ਲਗਾਤਾਰ ਸੰਗਤ ਨੂੰ ਇਸ ਤਰ੍ਹਾਂ ਆਉਂਦੇ ਆ। ਭਾਈ ਸਾਹਿਬ, ਕਿਉਂਕਿ ਜਿਸ ਦਿਨ ਇਹ ਪੂਰਾ ਦੁਖਾਂਤ ਵਾਪਰਦਾ ਹੈ, ਜਦੋਂ ਪਰਿਵਾਰ ਵਿਛੜ ਜਾਂਦਾ ਹੈ, ਹਾਲਾਂਕਿ ਜਿਹੜਾ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਹੈ, ਉਦੋਂ ਕਹਿੰਦੇ ਸੀ ਕਿ ਕਿਉਂਕਿ ਸਰਸਾ ਇਹਦੀ ਵੀ ਆਪਣਾ ਆਪਣਾ ਰੁਖ ਬਦਲਦੀ ਰਹਿੰਦੀ ਹੈ, ਜਗ੍ਹਾ ਬਦਲਦੀ ਰਹਿੰਦੀ ਹੈ, ਔਰ ਹੁਣ ਸਰਸਾ ਜਿਹੜੀ ਹੈ ਇਹ ਕਾਫੀ ਇੱਧਰਲੇ ਪਾਸੇ ਨੂੰ ਆ ਚੁੱਕੀ ਹੈ। ਉਦੋਂ ਗੁਰਦੁਆਰਾ ਪਰਿਵਾਰ ਵਿਛੋੜਾ ਦੇ ਬਿਲਕੁਲ ਨਾਲ ਹੀ ਸਰਸਾ ਉਦੋਂ ਹੁੰਦੀ ਸੀ। ਹਾਂਜੀ, ਬਿਲਕੁਲ ਗੁਰੂ ਘਰ ਦੇ ਨਾਲ ਹੀ ਸਰਸਾ ਸੀ। ਸਰਸਾ ਇਹਨਾਂ ਬਹੁਤ ਰੁੱਖ ਬਦਲਿਆ ਤੇ ਹੁਣ ਉਹ ਰੁੱਖ ਬਦਲ ਕੇ ਜਿਹੜੀ ਆ ਹੁਣ ਵੀ ਜਦੋਂ ਹੜ੍ਹ ਆਉਂਦਾ ਰੁੱਖ ਬਦਲ ਲੈਂਦੀ ਆ। ਪਰ ਅਸੀਂ ਉਸ ਸਰਸੇ ਦੇ ਕਿਨਾਰੇ ਤੋਂ ਹੀ ਆ ਰਹੇ ਆ ਤੇ ਇੱਥੇ ਆ ਕੇ ਸਰਸਾ ਪਾਰ ਕਰਕੇ ਅੱਗੇ ਕੁੰਮਾ ਮਾਸ਼ਕੀ ਛੰਨ ਤੱਕ ਪਹੁੰਚਣਾ। ਤੇ ਅੱਜ ਇੱਕ ਹੋਰ ਖੁਸ਼ੀ ਦੀ ਗੱਲ ਆ ਵੀ ਸਾਡੇ ਨਾਲ ਜਿਹੜਾ ਪ੍ਰਸ਼ਾਸਨ ਹੈ, ਸਾਡੇ ਸਰਕਾਰ ਹੈ, 4 MLA ਕੈਬਨਿਟ ਮੰਤਰੀ, ਉਹ ਵੀ ਸਾਰੀ ਯਾਤਰਾ 'ਚ ਨਾਲ ਸ਼ਾਮਲ ਹੋਏ ਆ। ਸਵੇਰ ਤੋਂ ਹੀ 7 ਵਜੇ ਤੋਂ ਹੀ ਸ਼ਾਮਲ ਹੋ ਕੇ ਸਾਡੇ ਨਾਲ ਚੱਲ ਰਹੇ ਆ। ਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੇ ਰਾਹਾਂ ਤੇ ਆਪਾਂ ਅੱਜ ਆ ਰਹੇ ਆ। ਸੰਗਤਾਂ ਕੀ ਮਹਿਸੂਸ ਕਰਦੀਆਂ ਨੇ ਜਦੋਂ ਉਸੇ ਰਾਹਾਂ ਦੇ ਵਿੱਚੋਂ, ਕਿਉਂਕਿ ਇਹ ਤਾਂ ਪੋਹ ਦਾ ਮਹੀਨਾ ਹੀ ਕਹਿੰਦੇ ਹਜੇ ਹੈ ਕਿ ਹਰ ਦਿਨ ਹੀ ਕੁਛ ਨਾ ਕੁਛ ਜੋ ਉਹ ਪੜਾਅ ਨਿਕਲਦੇ ਰਹਿੰਦੇ ਆ, ਸਾਨੂੰ ਉਹ ਚੀਜ਼ਾਂ ਸਾਡੇ ਜ਼ਿਹਨ ਦੇ ਵਿੱਚ ਚਲਦੀਆਂ ਰਹਿੰਦੀਆਂ, ਸਾਨੂੰ ਉਹ ਚੀਜ਼ਾਂ ਮਹਿਸੂਸ ਹੁੰਦੀਆਂ ਰਹਿੰਦੀਆਂ ਨੇ। ਸੰਗਤਾਂ ਜਦੋਂ ਇੱਥੋਂ ਦੀ ਇਸ ਪੜਾਅ ਨੂੰ ਪਾਰ ਕਰਦੀਆਂ ਨੇ, ਕੀ ਮਹਿਸੂਸ ਹੁੰਦੇ, ਜਜ਼ਬਾਤ ਸੰਗਤਾਂ ਦੇ ਕੀ ਹੁੰਦੇ ਨੇ? ਸੰਗਤਾਂ ਦੇ ਜਜ਼ਬਾਤ ਇਹੋ ਜਿਹੇ ਜੀ ਵੀ ਹਰ ਇੱਕ ਦੀ ਅੱਖ 'ਚ ਰੋਣਾ ਹੁੰਦਾ ਵੀ ਸਤਿਗੁਰੂ ਜਿਹੜੇ ਆ ਉਹ ਇੰਨੇ ਮੁਸ਼ਕਲ ਵਿੱਚ ਉਹ ਇਸ ਥਾਂ ਤੋਂ ਨਿਕਲ ਰਹੇ ਸੀ। ਤੇ ਮੇਰਾ ਮਨ ਵੀ ਜਿਹੜਾ ਉਹ ਭਰ ਗਿਆ, ਕਿਉਂਕਿ ਮਾਹੌਲ ਹੀ ਇਹੋ ਜਿਹਾ। ਹਾਂਜੀ, ਤਾਂ ਮਾਹੌਲ ਤੁਸੀਂ ਵੇਖ ਸਕਦੇ ਹੋ, ਮਾਹੌਲ ਹੀ ਇਸ ਤਰੀਕੇ ਦਾ ਬਣ ਜਾਂਦਾ ਹੈ ਕਿ ਹਰ ਕਿਸੇ ਦੀ ਅੱਖਾਂ ਦੇ ਵਿੱਚ ਆਪਣੇ ਆਪ ਹੰਝੂ ਆ ਜਾਂਦੇ ਨੇ। ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਮਹਿਸੂਸ ਇਸ ਪੂਰੇ ਦਿਨ ਨੂੰ ਕੀਤਾ ਜਾ ਰਿਹਾ ਹੈ, ਕਿਵੇਂ ਮਾਤਾ ਗੁਜਰ ਕੌਰ ਜੀ ਨੇ ਉਸ ਟਾਈਮ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਲੂਮ ਜੀਆਂ ਜਿੰਦਾ ਸੀ, ਪਰ ਉਹਨਾਂ ਦੇ ਸਾਕੇ ਬਹੁਤ ਵੱਡੇ ਹੋ ਗਏ। ਤਾਂ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਇਹ ਦਿਨ ਵੀ ਵੇਖਿਆ, ਕਿਵੇਂ ਇਸ ਠੰਡ ਦੇ ਵਿੱਚ, ਅੱਜ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਮੋٹے ਕੱਪੜੇ ਪਾ ਲੈਂਦੇ ਹਾਂ, ਇਨਰ ਪਾ ਲੈਂਦੇ ਹਾਂ, ਸਵੈਟਰਾਂ ਪਾ ਲੈਂਦੇ ਹਾਂ, ਪਰ ਉਸ ਦਿਨ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਉਸ ਦਿਨ ਨੂੰ ਯਾਦ ਕਰਕੇ ਅੱਜ ਵੀ ਲੂ ਖੰਡੇ ਖੜੇ ਹੋ ਜਾਂਦੇ ਨੇ ਕਿ ਕਿਵੇਂ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਿਆਂ ਨੇ ਕਿਵੇਂ ਉਸ ਦਿਨ ਨੂੰ ਹੰਢਾਇਆ ਹੋਊਗਾ। ਔਰ ਫਿਰ ਵੀ ਇਹ ਜੇ ਦ੍ਰਿੜ ਰਹੇ ਇਰਾਦੇ ਕਿ ਭਾਵੇਂ ਉਹਨਾਂ ਨੂੰ ਕਿੰਨੇ ਹੀ ਲਾਲਚ ਕਿਉਂ ਨਾ ਦਿੱਤੇ ਗਏ ਹੋਣ, ਭਾਵੇਂ ਕਿੰਨੇ ਹੀ ਤਸੀਹੇ ਕਿਉਂ ਨਾ ਦਿੱਤੇ ਹੋਣ, ਉਹਨਾਂ ਦਾ ਭੋਰਾ ਵੀ ਕੋਈ ਈਮਾਨ ਨਹੀਂ ਬਦਲਿਆ, ਨਾ ਹੀ ਉਹ ਘਬਰਾਏ, ਨਾ ਹੀ ਉਹ ਡਰੇ। ਤਾਂ ਗੁਰੂ ਗ੍ਰੰਥ ਸਾਹਿਬ ਜੀ, ਕੈਮਰਾਮੈਨ ਨੂੰ ਕਹੂੰਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ ਹੈ ਉਹ ਦਿਖਾਇਆ ਜਾਵੇ। ਤਾਂ ਇਧਰਲੇ ਪਾਸੇ ਤੁਸੀਂ ਵੇਖ ਸਕਦੇ ਹੋ, ਅਸੀਂ ਟਰਾਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ ਔਰ ਜੱਥੇ ਦੇ ਨਾਲ ਜੋ ਹੈ ਉਹ ਇੱਥੋਂ ਦੀ ਰਵਾਨਾ ਹੋ ਰਹੇ ਨੇ। ਪਿੱਛੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਇੱਥੋਂ ਦੀ ਰਵਾਨਾ ਹੁੰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਇਸੀ ਟਰਾਲੀ ਦੇ ਵਿੱਚ ਪਿਛਲੇ ਪਾਸੇ ਤੁਸੀਂ ਵੇਖ ਸਕਦੇ ਹੋ ਜੋ ਸਜਾਇਆ ਗਿਆ ਔਰ ਨਾਲ ਹੀ ਸੰਗਤਾਂ ਵੇਖੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ। ਮਾਤਾ ਕੀ ਕਹਿਣਾ ਚਾਹੋਗੇ, ਜਦੋਂ ਨਦੀ ਪਾਰ ਕਰਦੇ ਸੀ ਉਹ ਦਿਨ ਯਾਦ ਆਉਂਦਾ ਜਦੋਂ ਮਾਤਾ ਗੁਜਰ ਕੌਰ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਉਂਗਲ ਫੜ ਕੇ ਐਵੇਂ ਪਾਰ ਕਰ? ਹਾਂਜੀ ਹਾਂਜੀ, ਉਹ ਯਾਦ ਆਉਂਦਾ ਹੈ, ਤਾਂ ਹੀ ਅਸੀਂ ਆਏ ਹੈ। ਕੀ ਕਹਿਣਾ ਚਾਹੋਗੇ ਜੀ ਅੱਜ ਦਿਨ ਦੇ ਬਾਰੇ, 7 ਪੋਹ ਦੀ ਉਹ ਸਵੇਰ ਜਦੋਂ ਪਰਿਵਾਰ ਵਿਛੜ ਜਾਂਦਾ? 3 ਹਿੱਸਿਆਂ 'ਚ ਵੰਡਿਆ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਛੜਿਆ। ਅੱਜ ਦਾ ਦਿਨ ਬਹੁਤ ਜ਼ਿਆਦਾ ਸੰਗਤਾਂ ਦੇ ਨਾਲ ਕੋਟਵਾਲਾ, ਸਰਸਾ, ਨੰਗਲ, ਵਾਨਕੋਟ ਸਾਰੇ ਅਸੀਂ ਨਗਰ ਕੀਰਤਨ ਕੱਢ ਰਹੇ ਹਾਂ। ਅਸੀਂ ਬਹੁਤ ਉਹਨਾਂ ਦੀ ਸ਼ਹਾਦਤਾਂ ਦੇ
ਅਸੀਂ ਅੱਜ ਨਗਰ ਕੀਰਤਨ ਕੱਢ ਰਹੇ ਹਾਂ ਤੁਹਾਨੂੰ। ਤਾਂ ਪਰਿਵਾਰ ਤੁਸੀਂ ਵੇਖ ਸਕਦੇ ਹੋ ਇੱਥੇ ਇਕੱਠੇ ਇੱਥੇ ਪਹੁੰਚੇ ਹੋਏ ਨੇ, ਪਿੰਡਾਂ ਦੇ ਪਿੰਡ ਪਹੁੰਚੇ ਹੋਏ ਨੇ। ਤਾਂ ਇਹ ਉਹੀ ਸਰਸਾ ਨਦੀ ਹੈ ਜਿੱਥੇ ਪਰਿਵਾਰ ਦਾ ਵਿਛੋੜਾ ਹੁੰਦਾ ਔਰ ਫਿਰ ਦੱਸਿਆ ਹੀ ਜਾਂਦਾ ਹੈ ਕਿ ਮਾਤਾ ਗੁਜਰ ਕੌਰ ਜੋ ਇਤਿਹਾਸਕਾਰ ਨੇ ਜਾਂ ਜੋ ਸਿੱਖ ਸਕਾਲਰ ਨੇ, ਜੋ ਅਸੀਂ ਵੀ ਜਿੰਨਾ ਕੁ ਪੜ੍ਹਿਆ, ਕਿਉਂਕਿ ਸਾਨੂੰ ਵੀ ਕੋਈ ਵਧੇਰੀ ਜਾਣਕਾਰੀ ਨਹੀਂ, ਅਸੀਂ ਵੀ ਭੁੱਲਾਂ ਚੁੱਕਾ ਕਰ ਸਕਦੇ ਹਾਂ ਇਸ ਪੂਰੇ ਦ੍ਰਿਸ਼ ਨੂੰ ਦਿਖਾਉਂਦਿਆਂ ਹੋਇਆਂ। ਜੇਕਰ ਕੋਈ ਸਾਡੇ ਤੋਂ ਵੀ ਗਲਤ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੋਵੇ ਤਾਂ ਉਹਦੇ ਲਈ ਅਸੀਂ ਪਹਿਲਾਂ ਹੀ ਮਾਫੀ ਮੰਗ ਲੈਂਦੇ ਹਾਂ, ਪਰ ਅਸੀਂ ਫਿਰ ਵੀ ਕੋਸ਼ਿਸ਼ ਜਿਹੜੀ ਸਾਡੇ ਵੱਲੋਂ ਕੀਤੀ ਗਈ ਕਿ ਪਹਿਲਾਂ ਸਾਰੀ ਨੌਲੇਜ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਜਾਵੇ। ਤਾਂ ਜੋ ਦੱਸਿਆ ਜਾਂਦਾ ਹੀ ਦੱਸਿਆ ਜਾ ਰਿਹਾ ਹੈ ਕਿ ਮਾਤਾ ਗੁਜਰ ਕੌਰ ਜੀ ਹੋਣੀ ਔਰ ਛੋਟੇ ਸਾਹਿਬਜ਼ਾਦੇ ਜਿਸ ਦਿਨ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਉਸ ਦਿਨ ਉਹਨਾਂ ਦੇ ਵੱਲੋਂ ਸਰਸਾ ਨਦੀ ਨਹੀਂ ਪਾਰ ਕੀਤੀ ਜਾਂਦੀ, ਉਸ ਦਿਨ ਉਹ ਰਾਤ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ ਰਹਿੰਦੇ ਨੇ। ਹਾਲਾਂਕਿ ਉਹ ਕੁੰਮਾ ਮਾਸ਼ਕੀ ਦੀ ਛੰਨ ਜਿਹੜੀ ਹੈ ਉਹ ਸਰਸਾ ਨਦੀ ਤੋਂ ਇਸ ਪਾਰ ਹੁੰਦੀ ਹੈ। ਤਾਂ ਅੱਜ ਹੁਣ ਭਾਵੇਂ ਸਰਸਾ ਨੇ ਰੁਖ ਬਦਲ ਰਿਹਾ ਤੇ ਇਹ ਛੰਨ ਜਿਹੜੀ ਹੈ ਕੁੰਮਾ ਮਾਸ਼ਕੀ ਦੀ ਇਹ ਨਦੀ ਦੇ ਇਸ ਪਾਰ ਆ ਗਈ ਹੈ, ਪਰ ਰਾਤ ਜਿਹੜੀ ਹੈ ਉਹ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ ਹੀ ਕੱਟਦੇ ਨੇ। ਔਰ ਉਦੋਂ ਉੱਥੇ ਇੱਕ ਵਿਧਵਾ ਮਾਈ ਹੁੰਦੇ ਨੇ, ਮਾਈ ਲక్ష్ਮੀ ਜੀ, ਉਹ ਰਾਤੀ ਆ ਕੇ ਪ੍ਰਸ਼ਾਦੇ ਛਕਾਉਂਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ। ਔਰ ਉੱਥੇ ਹੀ ਗੰਗੂ ਪਾਪੀ ਜੋ ਹੈ ਉਹ ਮੁਲਾਕਾਤ ਕਰਨ ਦੇ ਲਈ ਆਉਂਦਾ ਹੈ ਔਰ ਉਸ ਜਗ੍ਹਾ ਦੇ ਉੱਤੇ ਹੀ ਗੰਗੂ ਪਾਪੀ ਆ ਕੇ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ ਮੁਲਾਕਾਤ ਕਰਦਾ ਹੈ। ਤਾਂ ਉਸ ਤੋਂ ਬਾਅਦ ਹੀ ਖਾਸ ਤੌਰ ਦੇ ਉੱਤੇ ਉਹ ਆ ਕੇ ਇੱਥੇ ਮੁਲਾਕਾਤ ਕਰਨ ਤੋਂ ਬਾਅਦ ਜੋ ਹੈ ਉਹ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਨਾਲ ਲੈ ਕੇ ਚੱਲਦਾ, ਮੈਂ ਜਾਣਦਾ ਇਹਨਾਂ ਨੂੰ, ਮੈਂ ਗੁਰੂ ਜੀ ਦੇ ਨਾਲ ਸੇਵਾ ਕਰਦਾ ਰਿਹਾ। ਤਾਂ ਇਹੋ ਜਿਹਾ ਝਾਂਸਾ ਦੇ ਕੇ ਉਹ ਪਰਿਵਾਰ ਨੂੰ ਲੈ ਜਾਂਦਾ ਔਰ ਫਿਰ ਉਸੇ ਦੇ ਵੱਲੋਂ ਹੀ ਇਸ ਤਰੀਕੇ ਦਾ ਜੋ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਜੋ ਪੂਰਾ ਪਾਪ ਉਸ ਦੇ ਵੱਲੋਂ ਕਮਾਇਆ ਗਿਆ ਉਹ ਸਰਹੰਦ ਦੇ ਵਿੱਚ ਜਾ ਕੇ ਨਿਕਲ ਕੇ ਸਾਹਮਣੇ ਆਉਂਦਾ। ਤਾਂ ਇਹ ਤਸਵੀਰਾਂ ਨੇ, ਆ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਇਸ ਟਰਾਲੀ ਦੇ ਵਿੱਚ ਨਜ਼ਰ ਆ ਰਹੇ ਨੇ, ਪਰਿਵਾਰ ਇੱਥੇ ਨਜ਼ਰ ਆ ਰਹੇ ਨੇ। ਤਾਂ ਜਿਸ ਤਰੀਕੇ ਦੇ ਨਾਲ ਪਰਿਵਾਰ ਵਿਛੋੜਾ ਹੋਇਆ ਉਸੇ ਤਰੀਕੇ ਦੇ ਨਾਲ ਅੱਜ ਪਰਿਵਾਰ ਦੇ ਪਰਿਵਾਰ ਵੀ ਇੱਥੇ ਪਹੁੰਚੇ ਹੋਏ ਨੇ। ਹਾਲਾਂਕਿ ਸੰਗਤ ਤੁਸੀਂ ਵੇਖ ਸਕਦੇ ਹੋ ਸੇਵਾ ਕਰ ਰਹੀ ਹੈ, ਖੜੇ ਹੋਏ ਨੇ ਵਿਚਕਾਰ ਔਰ ਨਾਲ ਹੀ ਇਹਨਾਂ ਦੇ ਵੱਲੋਂ ਇੱਥੇ ਜੋ ਭਾਈ ਸਾਹਿਬ ਨੇ ਉਹਨਾਂ ਦੇ ਵੱਲੋਂ ਵੀ ਸੇਵਾ ਨਿਭਾਈ ਜਾ ਰਹੀ ਹੈ ਤਾਂ ਕਿ ਕੋਈ ਜੇ ਪਾਣੀ ਦਾ ਵਹਾਅ ਹੈ, ਹਾਲਾਂਕਿ ਪਹਿਲਾਂ ਆ ਕੇ ਪਿੰਡਾਂ ਵਾਲਿਆਂ ਵੱਲੋਂ ਦੇਖਿਆ ਜਾਂਦਾ ਹੈ ਕਿ ਕਿੱਧਰਲੇ ਪਾਸੇ ਨੂੰ ਪਾਣੀ ਦਾ ਪੱਧਰ ਘੱਟ ਹੈ ਔਰ ਕਿੱਧਰਲੇ ਪਾਸੇ ਨੂੰ ਟਰੈਕਟਰ ਜਿਹੜਾ ਹੈ ਉਹ ਜਾ ਸਕਦਾ ਹੈ। ਤਾਂ ਆ ਕੇ ਪਹਿਲਾਂ ਇਹ ਸਾਰਾ ਰਸਤਾ ਤਿਆਰ ਕੀਤਾ ਜਾਂਦਾ ਹੈ। ਤਾਂ ਆ ਤਸਵੀਰਾਂ ਨੇ ਖਾਸ ਤੌਰ ਦੇ ਉੱਤੇ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਨਗਰ ਕੀਰਤਨ ਜੋ ਹੈ ਉਸੇ ਸਰਸਾ ਨਦੀ ਦੇ ਕੰਢੇ ਤੋਂ ਕੱਢਿਆ ਗਿਆ ਹੈ, ਉਸੇ ਨਦੀ ਨੂੰ ਪਾਰ ਕੀਤਾ ਗਿਆ ਔਰ ਇਹ ਚੀਜ਼ ਨੂੰ ਆਪ ਆਪਣੇ ਉੱਪਰ ਜੋ ਸੰਗਤ ਹੈ ਉਹ ਹੰਡਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੰਗਤ ਉਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਅਸੀਂ ਵੀ ਇਹੀ ਅਪੀਲ ਕਰਾਂਗੇ ਕਿ ਜੇ ਤੁਸੀਂ ਇਸ ਦਿਨ ਇੱਥੇ ਆ ਰਹੇ ਹੋ, ਜੇ ਤੁਸੀਂ ਫਤਿਹਗੜ੍ਹ ਸਾਹਿਬ ਵੀ ਜਾ ਰਹੇ ਹੋ ਤਾਂ ਇਹ ਜ਼ਰੂਰ ਮਨ ਦੇ ਵਿੱਚ ਚੀਜ਼ਾਂ ਦਾ ਧਿਆਨ ਰੱਖੋ ਕਿ ਤੁਸੀਂ ਇੱਥੋਂ ਦੀ ਸੇਧ ਕੀ ਲੈ ਕੇ ਜਾ ਰਹੇ ਹੋ, ਤੁਸੀਂ ਕਿਵੇਂ ਆਏ ਸੀ ਔਰ ਕਿਵੇਂ ਉੱਥੋਂ ਦੀ ਤੁਸੀਂ ਜਾ ਰਹੇ ਹੋ। ਇਹ ਚੀਜ਼ਾਂ ਜ਼ਰੂਰ ਧਿਆਨ ਦੇ ਵਿੱਚ ਰੱਖੀਆਂ ਜਾਣ ਤਾਂ ਕਿ ਜੇਕਰ ਇੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਵੀ ਆ ਰਹੇ ਹੋ, ਜਿੰਨੇ ਵੀ ਇਤਿਹਾਸਿਕ ਗੁਰਦੁਆਰਾ ਨੇ, ਕਿਉਂਕਿ ਬਹੁਤ ਸਾਰੇ ਗੁਰਦੁਆਰੇ ਸਾਹਿਬ ਅਜਿਹੇ ਨੇ ਜਿਹੜੇ ਸ਼ਾਇਦ ਸੰਗਤਾਂ ਨੇ ਅਜੇ ਵੇਖੇ ਨਹੀਂ ਹੋਣਗੇ, ਚਰਚਾ ਦੇ ਵਿੱਚ ਵੀ ਨਹੀਂ ਹੋਣਗੇ। ਜਿਵੇਂ ਕੁੰਮਾ ਮਾਸ਼ਕੀ ਦੀ ਅਸੀਂ ਛੰਨ ਦੀ ਗੱਲ ਕਰ ਰਹੇ ਹਾਂ ਤਾਂ ਕੁੰਮਾ ਮਾਸ਼ਕੀ ਦੀ ਛੰਨ ਦੇ ਬਾਰੇ ਵੀ ਸਾਨੂੰ ਕੱਲ ਹੀ ਪਤਾ ਚੱਲਿਆ ਜਦੋਂ ਅਸੀਂ ਇੱਥੇ ਆਉਣਾ ਸੀ ਕਿ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਸੀ। ਔਰ ਅੱਗੇ ਵੀ ਪੜਾਅ ਦਰ ਪੜਾਅ ਜਿਸੇ ਥਾਵਾਂ ਦੇ ਉੱਤੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਚੱਲਦੇ ਰਹੇ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਥਾਵਾਂ ਹੈਗੀਆਂ ਜਿੱਥੇ ਸਾਨੂੰ ਜਾਣ ਦੀ ਲੋੜ ਹੈ, ਉਹਨਾਂ ਚੀਜ਼ਾਂ ਨੂੰ ਵੇਖਣ ਦੀ ਲੋੜ ਹੈ ਔਰ ਮਹਿਸੂਸ ਕਰਨ ਦੀ ਲੋੜ ਹੈ ਕਿ ਕਿਵੇਂ ਸਾਡੇ ਇਹ ਛੋਟੇ ਛੋਟੇ ਸਾਹਿਬਜ਼ਾਦੇ ਇੱਕ ਇਹ ਲਾਸਾਨੀ ਸ਼ਹਾਦਤ ਦੇ ਕੇ ਗਏ, ਉਹਨਾਂ ਦੇ ਵੱਲੋਂ ਕਿਵੇਂ ਆਪਣੇ ਦ੍ਰਿੜ ਇਰਾਦੇ ਰੱਖਦੇ ਹੋਏ ਸ਼ਹਾਦਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਔਰ ਕਿਵੇਂ ਜਾ ਕੇ ਅੰਦਰ ਉਹਨਾਂ ਦੇ ਵੱਲੋਂ ਆਪਣਾ ਦ੍ਰਿੜ ਇਰਾਦਾ ਜੋ ਹੈ ਉਹ ਰੱਖਿਆ ਗਿਆ। ਤਾਂ ਇਹ ਤਸਵੀਰ ਹੈ ਸਰਸਾ ਨਦੀ ਨੂੰ ਪਾਰ ਕਰਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸਰਸਾ ਨਦੀ ਨੂੰ ਇਸ ਵੇਲੇ ਨਗਰ ਕੀਰਤਨ ਦੇ ਰਾਹੀਂ ਪਾਰ ਕੀਤਾ ਜਾ ਰਿਹਾ ਹੈ। ਤਾਂ ਛੋਟੇ ਛੋਟੇ ਬੱਚੇ ਹੋਣ, ਪਰਿਵਾਰ ਹੋਵੇ, ਹਰ ਕੋਈ ਇੱਥੋਂ ਪਿੰਡ ਤੋਂ ਜੋ ਹੈ ਇਹ ਰਵਾਨਾ ਹੁੰਦਾ ਹੋਇਆ ਨਜ਼ਰ ਆ ਰਿਹਾ ਔਰ ਕੁੰਮਾ ਮਾਸ਼ਕੀ ਦੀ ਜੋ ਛੰਨ ਹੈ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਹੁਣ ਨਗਰ ਕੀਰਤਨ ਸਮਾਪਤ ਕੀਤਾ ਜਾਊਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕੁੰਮਾ ਮਾਸ਼ਕੀ ਦੀ ਛੰਨ ਦੇ ਵੀ ਜ਼ਰੂਰ ਦਰਸ਼ਨ ਕਰਾ ਸਕੀਏ। ਉਸ ਥਾਂ ਦੇ ਉੱਤੇ ਅਸੀਂ ਵੀ ਜਾਈਏ ਜਿੱਥੇ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੇ ਉਹ ਰਾਤ ਕੱਟੀ ਸੀ।
ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ, ਵੱਡੀ ਗਿਣਤੀ ਦੇ ਵਿੱਚ ਪਿੰਡ ਜੋ ਨੇ ਉਹ ਇੱਥੇ ਇਕੱਠੇ ਹੋ ਕੇ ਅੱਜ ਦੇ ਦਿਨ ਦੇ ਵਿੱਚ ਸਤਪੋਹ ਦੀ ਜੋ ਸਵੇਰ ਹੈ ਉਸ ਦਿਨ ਨੂੰ ਜੋ ਹੈ ਉਹ ਯਾਦ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇੱਕ ਵੱਖਰਾ ਨਗਰ ਕੀਰਤਨ ਆਪਾਂ ਕਹਿ ਸਕਦੇ ਹਾਂ ਕਿ ਅੱਜ ਇੱਥੋਂ ਦੀ ਸੰਗਤ ਦੇ ਵੱਲੋਂ ਕੱਢਿਆ ਗਿਆ ਹੈ। ਤਾਂ ਆਹ ਦ੍ਰਿਸ਼ ਤੁਸੀਂ ਵੇਖ ਸਕਦੇ ਹੋ ਜਿੱਥੇ ਸੰਗਤਾਂ ਜੋ ਨੇ ਇਕੱਠੇ ਹੋ ਕੇ ਨਗਰ ਕੀਰਤਨ ਜੋ ਹੈ ਉਹ ਕੱਢਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਤਾਂ ਜਿਵੇਂ ਕਿਹਾ ਗਿਆ ਹੈ ਕਿ ਬੱਚਿਆਂ ਵਾਲਿਓ ਭੁੱਲ ਨਾ ਜਾਇਓ ਸਾਹਿਬਜ਼ਾਦਿਆਂ ਦੀਆਂ ਨਿਸ਼ਾਨੀਆਂ ਨੂੰ, ਤਾਂ ਸਾਨੂੰ ਵੀ ਲੋੜ ਹੈ ਅਸੀਂ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਹਮੇਸ਼ਾ ਚੇਤੇ ਰੱਖੀਏ, ਆਪਣੇ ਜ਼ਿਹਨ ਦੇ ਵਿੱਚ ਰੱਖੀਏ। ਜ਼ਿਆਦਾ ਨਹੀਂ ਤਾਂ ਘੱਟੋ ਘੱਟ ਆਹ ਪੋਹ ਦੇ ਮਹੀਨੇ ਦੇ ਵਿੱਚ ਹੀ ਅਸੀਂ ਉਹ ਚੀਜ਼ ਨੂੰ ਹੰਢਾ ਕੇ ਜ਼ਰੂਰ ਵੇਖੀਏ। ਹਾਲਾਂਕਿ ਕਈ ਕਹਿੰਦੇ ਨੇ ਕਿ ਠੰਡ ਬਹੁਤ ਜ਼ਿਆਦਾ ਹੈ, ਪਾਣੀ ਵੀ ਜਿਵੇਂ ਦੱਸਿਆ ਜਾ ਰਿਹਾ ਲੋਕੀ ਕਹਿ ਰਹੇ ਨੇ ਕਿ ਠੰਡਾ ਬਹੁਤ ਹੈ ਜੀ, ਤਾਂ ਬਟ ਇਹ ਇਰਾਦੇ ਵੀ ਤੁਸੀਂ ਇਹਨਾਂ ਦੇ ਵੇਖ ਸਕਦੇ ਹੋ, ਸੰਗਤਾਂ ਦੇ ਤੁਸੀਂ ਸ਼ਰਧਾ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆਪ ਉਵੇਂ ਹੀ ਪੈਰੀ ਨੰਗੇ ਪੈਰੀ ਪਾਰ ਕਰਦੇ ਹੋਏ ਇੱਥੇ ਅੱਗੇ ਵਧਦੇ ਹੋਏ ਨਜ਼ਰ ਆਏ ਨੇ। ਤਾਂ ਇਹ ਕੋਸ਼ਿਸ਼ ਸੀ ਸਾਡੀ ਪ੍ਰੋ ਪੰਜਾਬ ਟੀਵੀ ਦੀ ਕਿ ਅਸੀਂ ਇਹ ਤਸਵੀਰ ਜ਼ਰੂਰ ਤੁਹਾਡੇ ਤੱਕ ਪਹੁੰਚਾ ਸਕੀਏ ਜਿਹੜੀ ਇੱਥੋਂ ਦੀ ਇਸ ਪਿੰਡ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ। ਉਸ ਵੇਲੇ ਦਾ ਸੁਣ ਲੋ ਹਾਲ ਜੀ।